ਹੈਲੋ एवरीवन ਵੈਲਕਮ ਟੂ ਮਿਹਨਤੀ ਬੱਚੇ। ਸੋ ਅੱਜ ਇਸ ਲੈਕਚਰ ਦੇ ਵਿੱਚ ਆਪਾਂ ਯੂਨਾਈਟਿਡ ਨੇਸ਼ਨ ਦਾ ਬਚਾ ਹੋਇਆ ਪਾਰਟ ਡਿਸਕਸ ਕਰਾਂਗੇ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਵਰਲਡ ਇੰਟੈਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ ਦੇ ਬਾਰੇ। ਇਹਦਾ ਮੇਨ ਕੰਮ ਕੀ ਹੈ? ਪ੍ਰਮੋਟ ਕਰਨਾ ਵਰਲਡ ਵਾਈਡ ਪ੍ਰੋਟੈਕਸ਼ਨ ਇੰਡਸਟਰੀਅਲ ਪ੍ਰੋਪਰਟੀ ਦੀ, ਲਾਈਕ ਡਿਜ਼ਾਈਨ, ਟ੍ਰੇਡਮਾਰਕਸ, ਇਨਵੈਂਸ਼ਨਸ ਤੇ ਕਾਪੀਰਾਈਟ ਮਟੀਰੀਅਲ ਦੀ, ਜਿਵੇਂ ਲਿਟਰੇਰੀ, ਮਿਊਜ਼ੀਕਲ, ਫੋਟੋਗ੍ਰਾਫਿਕ ਤੇ ਅਦਰ ਆਰਟਿਸਟਿਕ ਵਰਕ, ਸਾਰਾ ਕੁਝ ਇਸ 'ਚ ਇਨਕਲੂਡ ਹੈ। अगर आप ਇਹਦੇ ਹੈੱਡਕੁਆਰਟਰਸ ਦੀ ਗੱਲ ਕਰੀਏ ਤਾਂ ਇਹ ਸਵਿਟਜ਼ਰਲੈਂਡ ਦੇ ਜਨੇਵਾ ਦੇ ਵਿੱਚ ਹੈ। WIPO ਪ੍ਰੀਡਿਸੈਸਰ ਕੌਣ ਸੀ? ਯੂਨਾਈਟਿਡ ਇੰਟਰਨੈਸ਼ਨਲ ਬਿਊਰੈਕਸ ਫॉर ਪ੍ਰੋਟੈਕਸ਼ਨ ਆਫ ਇੰਟੈਲੈਕਚੁਅਲ ਪ੍ਰੋਪਰਟੀ। ਠੀਕ ਹੈ, ਜਿਹੜਾ ਬਿਪਰੀ ਹੈ ਉਹਨੇ ਐਡਮਿਨਿਸਟਰ ਕੀਤਾ ਦੋ ਕਨਵੈਨਸ਼ਨ ਨੂੰ, ਜਿਵੇਂ ਕਿ ਪੈਰਿਸ ਕਨਵੈਨਸ਼ਨ ਹੋ ਗਈ ਫॉर ਪ੍ਰੋਟੈਕਸ਼ਨ ਆਫ ਇੰਡਸਟਰੀਅਲ ਪ੍ਰੋਪਰਟੀ ਐਂਡ ਬਰੂਨੀ ਕਨਵੈਨਸ਼ਨ ਫॉर ਪ੍ਰੋਟੈਕਸ਼ਨ ਆਫ ਲਿਟਰੇਰੀ ਐਂਡ ਆਰਟਿਸਟਿਕ ਵਰਕਸ। BIRPI is thus transformed to become WIPO। मतलब WIPO ਦਾ ਨਾਮ ਪਹਿਲਾਂ BIRPI ਸੀ। ਓਕੇ, ਜਿਹੜੀ ਮਰਕੇਸ਼ ਟ੍ਰੀਟੀ ਹੋਈ ਸੀ WIPO ਦੀ, ਉਹਦੇ ਵਿੱਚ ਇਹਨੂੰ ਫੈਸਿਲਿਟੀ ਦਿੱਤੀ ਗਈ ਕਿ ਅਸੈਸ ਕਰ ਸਕਦੀ ਹੈ ਇਹ ਪਬਲਿਸ਼ਡ ਵਰਕਸ ਨੂੰ ਫॉर ਪਰਸਨ ਜੋ ਬਲਾਈਂਡ ਹੈ, ਵਿਜ਼ੂਅਲੀ ਇੰਪੇਅਰਡ ਹੈ ਜਾਂ ਫਿਰ ਪ੍ਰਿੰਟ ਡਿਸੇਬਲਡ ਹੈ। ਠੀਕ ਹੈ, ਇੰਡੀਆ ਫਸਟ ਕੰਟਰੀ ਸੀ ਜਿਹਨੇ ਕਿ ਸਾਈਨ ਕੀਤੀ ਹੈ ਟ੍ਰੀਟੀ। EU ਨੇ recently ratified किया to ease access to reading material for print disabled people। with this the treaty expand to 70 countries। ਉਹ ਗਵਰਨਮੈਂਟ ਜੋ ਕਿ ਮਰਕੇਸ਼ ਟ੍ਰੀਟੀ ਨੂੰ ਮੰਨਦੀਆਂ ਨੇ, ਠੀਕ ਹੈ, ਉਹਨਾਂ ਦੇ ਉੱਪਰ ਇਹ ਓਬਲੀਗੇਸ਼ਨ ਹੈ ਕਿ ਉਹ ਅਡਾਪਟ ਕਰਨ ਲਾਜ਼ ਜੋ ਕਿ ਆਥੋਰਾਈਜ਼ ਕਰਦੇ ਆ ਕਨਵਰਜਨ ਆਫ ਬੁੱਕਸ ਇਨਟੂ ਅਸੈਸੇਬਲ ਫਾਰਮੈਟਸ, ਜਿਵੇਂ ਕਿ ਬ੍ਰੇਲ, ਈ ਟੈਕਸਟ, ਆਡੀਓ, ਲਾਰਜ ਪ੍ਰਿੰਟ ਬਾय ਡੈਜ਼ਿਗਨੇਟਿਡ ਆਰਗੇਨਾਈਜੇਸ਼ਨਸ। ਸੋ ਜਿਹੜਾ ਵੀ ਪ੍ਰਿੰਟਿੰਗ ਨਾਲ ਮਟੀਰੀਅਲ ਰਿਲੇਟਿਡ ਹੈ, ਠੀਕ ਹੈ, ਚਾਹੇ ਉਹ ਕਾਪੀਰਾਈਟ ਮਟੀਰੀਅਲ, ਚਾਹੇ ਉਹ ਇੰਡਸਟਰੀਅਲ ਪ੍ਰੋਪਰਟੀ, ਉਹਦੇ ਨਾਲ ਵਰਲਡ ਇੰਟੈਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ ਹੈ ਜਿਹੜੀ ਉਹ ਡੀਲ ਕਰਦੀ ਹੈ। ਓਕੇ, ਉਹ ਤੋਂ ਬਾਅਦ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ। ਸੋ ਨੈਕਸਟ ਹੈ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ। ਇਹ ਰਿਸਪੌਂਸਿਬਲ ਐਲੋਕੇਟ ਕਰਨ ਦੇ ਲਈ ਰੇਡੀਓ ਸਪੈਕਟਰਮ ਤੇ ਸੈਟੇਲਾਈਟ ਆਰਬਿਟਸ ਤੇ ਸਟੈਂਡਰਡਾਈਜੇਸ਼ਨ ਤੇ ਡਿਵੈਲਪਮੈਂਟ ਕਰਨੀ ICTs ਦੀ ਪੂਰੇ ਵਰਲਡ ਦੇ ਵਿੱਚ। ITU ਦੇ 193 ਮੈਂਬਰ ਸਟੇਟ ਹੈ ਜੋ ਇਲੈਕਟ ਕਰਦੇ ਰਿਪਰੈਜ਼ੈਂਟੇਟਿਵਸ ITU ਕਾਉਂਸਿਲ ਦੇ ਵਿੱਚ। 1865 ਦੇ ਵਿੱਚ ਇਹਨੂੰ ਫਾਊਂਡ ਕੀਤਾ ਗਿਆ। ਅਗਰ ਆਪਾਂ ਇਹਦੇ ਹੈੱਡਕੁਆਰਟਰਸ ਦੀ ਗੱਲ ਕਰੀਏ ਤਾਂ ਸਵਿਟਜ਼ਰਲੈਂਡ ਦੇ ਜਨੇਵਾ ਦੇ ਵਿੱਚ ਹੈ। ਇਹਦਾ ਵਰਕ ਕੀ ਹੈ? ਕਵਰ ਕਰਨਾ ਪੂਰਾ ICT ਸੈਕਟਰ, ਡਿਜੀਟਲ ਬ੍ਰੌਡਕਾਸਟਿੰਗ ਤੋਂ ਲੈ ਕੇ ਇੰਟਰਨੈਟ ਤੱਕ ਤੇ ਮੋਬਾਈਲ ਟੈਕਨੋਲੋਜੀਜ਼ ਤੋਂ ਲੈ ਕੇ 3D TV ਤੱਕ। ਓਕੇ, ਮੈਂਬਰ ਕੰਟਰੀਜ਼ ਤੋਂ ਇਲਾਵਾ ਜਿਹੜਾ ITU ਹੈ ਉਹਦੀ ਕਰੰਟਲੀ ਮੈਂਬਰਸ਼ਿਪ ਕਿੰਨੀ ਹੈ? ਮੋਰ ਦੈਨ 700 ਪ੍ਰਾਈਵੇਟ ਸੈਕਟਰ ਐਂਟੀਟੀਜ਼। ਓਕੇ, बस इन्ना याद रखना है। उस तो बाद नैक्सट है यूनाइटेड नेशन इंडस्ट्रीयल डेवलपमेंट ऑर्गेनाइजेशन। UNIDO एक यूनाइटेड नेशन कोऑर्डिनेटिंग बॉडी है, ठीक है, जिसका काम की है प्रमोट करना इंडस्ट्रीयल डेवलपमेंट, पावर्टी रिडक्शन ते इन्वायरमेंट सस्टेनेबिलिटी ਲਈ। उस तो बाद नैक्सट है हैडकुआटर्स कितने हैं? ਆਸਟਰੀਆ ਦੇ ਵੇਨਾ ਦੇ ਵਿੱਚ। ਇਹਦਾ ਮਿਸ਼ਨ ਕੀ ਹੈ? ਪ੍ਰਮੋਟ ਕਰਨਾ ਇਨਕਲੂਸਿਵ ਸਸਟੇਨੇਬਲ ਇੰਡਸਟਰੀਅਲ ਡਿਵੈਲਪਮੈਂਟ, ਠੀਕ ਹੈ, ਤੇ ਲੀਮਾ ਡੈਕਲੇਰੇਸ਼ਨ ਦੇ ਵਿੱਚ ਇਹਦੇ ਬਾਰੇ ਗੱਲ ਕੀਤੀ ਗਈ ਹੈ। ਮੇਨ ਆਬਜੈਕਟਿਵਸ ਕੀ ਨੇ? ਪ੍ਰਮੋਸ਼ਨ ਆਫ ਇੰਡਸਟਰੀਅਲ ਗਰੋਥ ਐਂਡ ਟੈਕਨੋਲੋਜੀਕਲ ਪ੍ਰੋਗਰੈਸ, effective use of human resource, equitable development through industrialization, industrial development and environment protection, ਇੰਟਰਨੈਸ਼ਨਲ ਕੋਆਪਰੇਸ਼ਨ ਇਨ ਇੰਡਸਟਰੀਅਲ ਇਨਵੈਸਟਮੈਂਟ ਐਂਡ ਟੈਕਨੋਲੋਜੀ। ਤੇ ਐਟ ਪ੍ਰੈਜ਼ੈਂਟ ਅਗਰ ਆਪਾਂ ਗੱਲ ਕਰੀਏ 170 ਮੈਂਬਰ ਸਟੇਟ ਹੈ UNIDO ਦੇ ਵਿੱਚ। ਓਕੇ, ਅਗਰ ਆਪਾਂ ਗੱਲ ਕਰੀਏ ਤਾਂ ਇੱਕ ਰੀਜਨਲ ਆਫਿਸ ਨਿਊ ਦਿੱਲੀ ਦੇ ਵਿੱਚ ਵੀ ਹੈ, ਠੀਕ ਹੈ, ਬਸ ਇਹ ਯਾਦ ਰੱਖਣਾ ਹੈ। ਉਹ ਤੋਂ ਬਾਅਦ ਯੂਨਾਈਟਿਡ ਨੇਸ਼ਨ ਵਰਲਡ ਟੂਰਿਜ਼ਮ ਆਰਗੇਨਾਈਜੇਸ਼ਨ, ਇਹ ਰਿਸਪੌਂਸਿਬਲ ਹੈ ਪ੍ਰਮੋਸ਼ਨ ਦੇ ਲਈ ਰਿਸਪੌਂਸਿਬਲ, ਸਸਟੇਨੇਬਲ ਤੇ ਯੂਨੀਵਰਸਲੀ ਅਸੈਸੇਬਲ ਟੂਰਿਜ਼ਮ ਦੇ ਲਈ। ਹੈੱਡਕੁਆਟਰ ਕਿੱਥੇ ਹੈ? ਸਪੇਨ ਦੇ ਮੈਡਰਿਡ ਦੇ ਵਿੱਚ। UNWTO ਐਗਜ਼ੀਕਿਊਟਿਵ ਕਾਉਂਸਿਲ ਰਿਪਰੈਜ਼ੈਂਟ ਕਰਦੀ ਆਰਗੇਨਾਈਜੇਸ਼ਨ ਦੀ ਗਵਰਨਿੰਗ ਬੋਡੀ ਨੂੰ। ਐਗਜ਼ੀਕਿਊਟਿਵ ਕਾਉਂਸਿਲ ਹੈ ਜਿਹੜੀ ਸਾਰੇ ਨੈਸੈਸਰੀ ਮੈਜਰਸ ਰਹਿੰਦੀ ਹੈ ਸੈਕਟਰੀ ਜਨਰਲ ਨਾਲ ਕੰਸਲਟ ਕਰਕੇ, ਤਾਂ ਕਿ ਇੰਪਲੀਮੈਂਟੇਸ਼ਨ ਹੋ ਸਕੇ ਆਪਣੇ ਡਿਸੀਜਨ ਦੀ ਵੀ ਤੇ ਰਿਕਮੈਂਡੇਸ਼ਨਸ ਹੋਣ ਅਸੈਂਬਲੀ ਦੀਆਂ। ਕਾਉਂਸਿਲ ਹੈ ਜਿਹੜੀ ਉਹ 1 ਸਾਲ ਦੇ ਵਿੱਚ 2 ਵਾਰ ਮਿਲਦੀ ਹੈ। 30 ਫੁੱਲ ਮੈਂਬਰ ਹੈ ਜਿਹਨੂੰ ਅਸੈਂਬਲੀ ਦੁਆਰਾ ਇਲੈਕਟ ਕੀਤਾ ਜਾਂਦਾ ਹੈ, ਠੀਕ ਹੈ। ਰੀਸੈਂਟ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਸੁਮਨ ਬਿੱਲਾ ਜੋ ਫਾਰਮਰ ਡਾਇਰੈਕਟਰ ਤੇ ਸੈਕਟਰੀ ਸੀ ਕੇਰਲਾ ਟੂਰਿਜ਼ਮ ਦੇ, ਉਹਨਾਂ ਨੇ ਜੁਆਇਨ ਕੀਤਾ UNWTO ਐਜ਼ ਡਾਇਰੈਕਟਰ ਟੈਕਨੀਕਲ ਆਪਰੇਸ਼ਨ ਐਂਡ ਸਿਲਕ ਰੋਡ ਡਿਵੈਲਪਮੈਂਟ। ਓਕੇ, ਸੋ ਨੈਕਸਟ ਹੈ ਫੰਡਸ ਐਂਡ ਪ੍ਰੋਗਰਾਮਸ। ਜਿਹੜੇ ਫੰਡਸ ਐਂਡ ਪ੍ਰੋਗਰਾਮਸ ਹੈ ਨਾ, ਇਹ ਵੀ ਯੂਨਾਈਟਿਡ ਨੇਸ਼ਨ ਦੇ ਸੁਬੋਰਡੀਨੇਟ ਹੈ। ਇਹਨਾਂ ਨੂੰ ਆਪਾਂ ਸਪੈਸ਼ਲਾਈਜ਼ਡ ਏਜੰਸੀਜ਼ ਨਹੀਂ ਬੋਲ ਸਕਦੇ ਯੂਨਾਈਟਿਡ ਨੇਸ਼ਨ ਦੀ, ਬਿਕੋਜ਼ ਇਹਨਾਂ ਨੂੰ ਅਲੱਗ-ਅਲੱਗ ਇੰਟਰ ਗਵਰਨਮੈਂਟ ਬੋਡੀਜ਼ ਹੈ ਜਿਹੜੀਆਂ ਉਹ ਕੰਟਰੋਲ ਕਰਦੀਆਂ ਨੇ, ਬਟ ਫੰਡਸ ਜਿਹੜੇ ਨੇ ਉਹ ਯੂਨਾਈਟਿਡ ਨੇਸ਼ਨ ਦੇ ਬਜਟ ਤੋਂ ਇਹਨਾਂ ਨੂੰ ਦਿੱਤਾ ਜਾਂਦਾ। ਸੋ ਆਪਾਂ ਬੋਲ ਸਕਦੇ ਹਾਂ ਕਿ ਯੂਨਾਈਟਿਡ ਨੇਸ਼ਨ ਦੇ ਸਬਸਿਡਰੀ ਆਰਗਨਸ ਹੈ।
ਸੋ ਸਭ ਤੋਂ ਪਹਿਲਾਂ ਦੇਖੋ ਯੂਨਾਈਟਿਡ ਨੇਸ਼ਨ ਵਿਮਨ ਇਹਨੂੰ 2010 ਚ ਐਸਟੈਬਲਿਸ਼ ਕੀਤਾ ਗਿਆ ਕੋਆਰਡੀਨੇਸ਼ਨ ਤੇ ਕੋਹਰੈਂਸ ਨੂੰ ਵਧਾਉਣ ਦੇ ਲਈ ਜੈਂਡਰ ਇਕੁਐਲਿਟੀ ਦੀ ਇੰਪਾਵਰਮੈਂਟ ਲਈ ਵਿਮਨ ਦੀ ਪ੍ਰਮੋਟ ਕਰਨ ਦੇ ਲਈ ਇਫੈਕਟਿਵ ਜੈਂਡਰ ਮੇਨ ਸਟ੍ਰੀਮਿੰਗ ਠੀਕ ਹੈ ਤੇ ਯੂਐਨ ਵਿਮਨ ਨੇ ਰੀਸੈਂਟਲੀ ਪ੍ਰੇਜ਼ ਕੀਤਾ ਓਡੀਸ਼ਾ ਦੇ ਸੀਐਮ ਨਵੀਨ ਪਟਨਾਇਕ ਨੂੰ ਫॉर ਪ੍ਰਪੋਜ਼ਿੰਗ 33% ਵਿਮਨ ਰਿਜ਼ਰਵੇਸ਼ਨ ਇਨ ਪਾਰਲੀਮੈਂਟ ਐਂਡ ਸਟੇਟ ਅਸੈਂਬਲੀਜ਼ और तो बाद UNCTAD United Nations Conference on Trade and Development was formed to handle the problems of developing countries dealing with trade, investment and development issues. इन्हों क्यों बनाया गया ताकि problems नाल handle किता जावे ਉਹ ਪ੍ਰੋਬਲਮਸ ਨੂੰ ਹੈਂਡਲ ਕੀਤਾ ਜਾਵੇ ਜੋ ਕਿ ਡਿਵੈਲਪਿੰਗ ਕੰਟਰੀਜ਼ ਝੇਲ ਰਹੀਆਂ ਨੇ ਟ੍ਰੇਡ ਇਨਵੈਸਟਮੈਂਟ ਤੇ ਡਿਵੈਲਪਮੈਂਟ ਇਸ਼ੂਜ਼ ਨੂੰ ਲੈ ਕੇ ਹੈਡਕੁਆਰਟਰ ਸਵਿਟਜ਼ਰਲੈਂਡ ਦੇ ਜਨੇਵਾ ਦੇ ਵਿੱਚ ਹੈ ਇਹ ਪਾਰਟ ਹੈ UN ਸੈਕਟਰੀਏਟ ਦਾ ठीक है ਇਹਦੇ ਦੁਆਰਾ ਕਿਹੜੀ ਰਿਪੋਰਟਸ ਪਬਲਿਸ਼ ਕੀਤੀਆਂ ਜਾਂਦੀਆਂ ਨੇ ਟ੍ਰੇਡ ਐਂਡ ਡਿਵੈਲਪਮੈਂਟ ਰਿਪੋਰਟ ਵਰਲਡ ਇਨਵੈਸਟਮੈਂਟ ਰਿਪੋਰਟ ਲੀਸਟ ਡਿਵੈਲਪਡ ਕੰਟਰੀਜ਼ ਰਿਪੋਰਟ ਵਰਲਡ ਇਕਨੋਮਿਕ ਸਿਚੁਏਸ਼ਨ ਐਂਡ ਪ੍ਰੋਸਪੈਕਟ ਇਨਫੋਰਮੇਸ਼ਨ ਐਂਡ ਇਕਨੋਮਿਕ ਰਿਪੋਰਟ ਟੈਕਨੋਲੋਜੀ ਐਂਡ ਇਨੋਵੇਸ਼ਨ ਰਿਪੋਰਟ commodities and development report okay और तो बाद UN हैबिटेट यूनाइटेड नेशन ह्यूमन सैटलमेंट प्रोग्राम यूनाइटेड नेशन एजेंसी है फॉर ह्यूमन सैटलमेंट एंड सस्टेनेबल अर्बन डेवलपमेंट UN हैबिटेट ਨੂੰ ਐਸਟੈਬਲਿਸ਼ ਕੀਤਾ ਗਿਆ 1978 ਦੇ ਵਿੱਚ ਤੇ ਮੇਨਟੇਨ ਕਰਦੇ ਆਪਣਾ ਹੈਡਕੁਆਰਟਰ ਕਿੱਥੇ ਕੀਨੀਆ ਦੇ ਨਾਇਰੋਬੀ ਦੇ ਵਿੱਚ ਇਹਦਾ ਮਿਸ਼ਨ ਕੀ ਪ੍ਰਮੋਟ ਕਰਨਾ ਸੋਸ਼ਲੀ ਤੇ ਇਨਵਾਇਰਨਮੈਂਟਲੀ ਸਸਟੇਨੇਬਲ ਹਿਊਮਨ ਸੈਟਲਮੈਂਟ ਡਿਵੈਲਪਮੈਂਟ ਨੂੰ ਐਂਡ ਅਚੀਵਮੈਂਟ ਆਫ ਐਡਿਕੁਏਟ ਸ਼ੈਲਟਰ ਫॉर ऑल ठीक है रिपोर्ट कर यूनाइटेड नेशन जनरल असैंबली ਨੂੰ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਫਸਟ ਯੂਐਨ ਹੈਬਿਟੇਟ ਅਸੈਂਬਲੀ ਉਹ ਕਿੱਥੇ ਹੋਈ ਸੀ ਕੀਨੀਆ ਦੇ ਨੈਰੋਬੀ ਦੇ ਵਿੱਚ ਉਹ ਤੋਂ ਬਾਅਦ ਵਰਲਡ ਫੂਡ ਪ੍ਰੋਗਰਾਮ ਫੂਡ ਅਸਿਸਟੈਂਟ ਬ੍ਰਾਂਚ ਹੈ ਯੂਨਾਈਟਿਡ ਨੇਸ਼ਨ ਦੀ 1961 ਚ ਐਸਟੈਬਲਿਸ਼ ਕੀਤਾ ਗਿਆ FAO ਦੇ ਦੁਆਰਾ ਐਂਡ UN ਜਨਰਲ ਅਸੈਂਬਲੀ ਦੇ ਦੁਆਰਾ ਵਰਲਡ ਦੀ ਲਾਰਜੈਸਟ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਹੈ ਜਿਹਦਾ ਕਮਿਟਮੈਂਟ ਕੀ ਹੈ ਕਿ ਕੀ ਗੋਲ ਨੂੰ ਅਚੀਵ ਕਰਨਾ ਹੰਗਰ ਨੂੰ ਖਤਮ ਕਰਨਾ ਬਾਈ 2030 ਹੈਡਕੁਆਰਟਰ ਰੋਮ ਚ ਹੈ ਜਿਹੜੇ ਆਪਰੇਸ਼ਨ ਉਹਨੂੰ ਫੰਡ ਕੀਤਾ ਜਾਂਦਾ ਹੈ ਵੋਲੰਟਰੀ ਡੋਨੇਸ਼ਨ ਨਾਲ ਵਰਲਡ ਗਵਰਨਮੈਂਟ ਤੋਂ ਕੋਆਪਰੇਸ਼ਨ ਤੋਂ ਤੇ ਪ੍ਰਾਈਵੇਟ ਡੋਨਰਸ ਤੋਂ ਇਹ ਸਟ੍ਰਾਈਵ ਕਰਦੇ ਕਿ ਰੈਡੀਕੇਟ ਕਰਨਾ ਹੰਗਰ ਤੇ ਮਾਲ ਨਿਊਟ੍ਰੀਸ਼ਨ ਤੇ ਇਹਦਾ ਮੇਨ ਗੋਲ ਕਿ ਐਲੀਮੀਨੇਟ ਕਰਨਾ ਫੂਡ ਦੀ ਨੀਡ ਨੂੰ ਵੀ ਮਤਲਬ ਕੋਈ ਵੀ ਭੁੱਖਾ ਨਾ ਸੋਏ ਠੀਕ ਹੈ ਕਿ ਪੂਰੀ ਫੂਡ ਦੀ ਜਿਹੜੀ ਨੀਡ ਹੈ ਉਹ ਪੂਰੀ ਹੋਵੇ ਇਹੀ ਇਹਦਾ ਮੇਨ ਗੋਲ ਹੈ ਉਹ ਤੋਂ ਬਾਅਦ ਇਹਦੇ ਐਫਰਟ ਕੀ ਹੈ ਕਿ ਫੋਕਸ ਕਰਦੇ ਐਮਰਜੈਂਸੀ ਅਸਿਸਟੈਂਟ ਤੇ ਰਿਲੀਫ ਤੇ ਰੀਹੈਬਿਲਿਟੇਸ਼ਨ ਡਿਵੈਲਪਮੈਂਟ ਏਡ ਐਂਡ ਸਪੈਸ਼ਲ ਆਪਰੇਸ਼ਨਸ ਉੱਪਰ ਇੰਡੀਆ ਦੇ ਵਿੱਚ ਵਰਲਡ ਫੂਡ ਪ੍ਰੋਗਰਾਮ ਹੈ ਜਿਹੜੀ ਇਹ ਪਹਿਲਾਂ ਡਾਇਰੈਕਟ ਫੂਡ ਏਡ ਪ੍ਰੋਵਾਈਡ ਕਰਦੀ ਸੀ ਬਟ ਹੁਣ ਇਹ ਉਹਦੇ ਨਾਲ ਟੈਕਨੀਕਲ ਅਸਿਸਟੈਂਸ ਤੇ ਕੈਪੈਸਿਟੀ ਬਿਲਡਿੰਗ ਦਾ ਵੀ ਕੰਮ ਕਰਦੀ ਹੈ ਗਵਰਨਮੈਂਟ ਦੇ ਲਈ ਵਿਦ ਮਿਨਿਸਟਰੀ ਆਫ ਐਗਰੀਕਲਚਰ ਜਿਹੜੀ ਹੈ ਉਹ ਨੋਡਲ ਮਿਨਿਸਟਰੀ ਹੈ ਫੂਡ ਫॉर ਵਰਕ ਪ੍ਰੋਗਰਾਮਸ ਹੈਲਪ ਕਰਦੇ हैं ਪ੍ਰਮੋਟ ਕਰਨ ਦੇ ਲਈ ਇਨਵਾਇਰਨਮੈਂਟ ਤੇ ਇਕਨੋਮਿਕ ਸਟੇਬਿਲਿਟੀ ਐਂਡ ਐਗਰੀਕਲਚਰ ਪ੍ਰੋਡਕਸ਼ਨ ਉਹ ਤੋਂ ਬਾਅਦ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਇਹਨੂੰ 1965 ਦੇ ਵਿੱਚ ਫਾਰਮ ਕੀਤਾ ਗਿਆ ਕੰਟਰੀਜ਼ ਨੂੰ ਹੈਲਪ ਕਰਨ ਦੇ ਲਈ ਕਿ ਪਾਵਰਟੀ ਨੂੰ ਖਤਮ ਕੀਤਾ ਜਾ ਸਕੇ ਤੇ ਹਿਊਮਨ ਡਿਵੈਲਪਮੈਂਟ ਨੂੰ ਅਚੀਵ ਕੀਤਾ ਜਾ ਸਕੇ ਓਕੇ ਸਟੇਟਸ ਕੀ ਹੈ UNDP ਦਾ ਐਗਜ਼ੀਕਿਊਟਿਵ ਬੋਡੀ ਦੀ ਤਰ੍ਹਾਂ ਵਿਦਿਨ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ UNDP is working to strengthen new framework for development disaster risk reduction and climate change encourage ਕਰਦੇ ਪ੍ਰੋਟੈਕਸ਼ਨ ਹਿਊਮਨ ਰਾਈਟਸ ਅਤੇ ਇੰਪਾਵਰਮੈਂਟ ਦਾ ਵਿਮਨ ਦੇ ਲਈ ਆਪਣੇ ਸਾਰੇ ਪ੍ਰੋਗਰਾਮਸ ਦੇ ਵਿੱਚ UNDP ਹਿਊਮਨ ਡਿਵੈਲਪਮੈਂਟ ਰਿਪੋਰਟ ਆਫਿਸ ਪਬਲਿਸ਼ ਕਰਦੇ ਐਨੂਅਲ ਹਿਊਮਨ ਡਿਵੈਲਪਮੈਂਟ ਰਿਪੋਰਟ ਠੀਕ ਹੈ ਇਹਦੇ ਵਿੱਚ ਮੈਜ਼ਰ ਕੀਤਾ ਜਾਂਦਾ ਤੇ ਐਨਾਲਾਈਜ਼ ਕੀਤਾ ਜਾਂਦਾ ਡਿਵੈਲਪਮੈਂਟ ਪ੍ਰੋਗਰੈਸ ਨੂੰ ਓਕੇ ਗਲੋਬਲ ਰਿਪੋਰਟ ਦੇ ਨਾਲ ਇਹ ਪਬਲਿਸ਼ ਕਰਦੇ ਰੀਜਨਲ ਨੈਸ਼ਨਲ ਲੋਕਲ ਤੇ ਹਿਊਮਨ ਡਿਵੈਲਪਮੈਂਟ ਰਿਪੋਰਟ ਸੋ ਯਾਦ ਰੱਖਿਓ ਹਿਊਮਨ ਡਿਵੈਲਪਮੈਂਟ ਰਿਪੋਰਟ ਹੈ ਜਿਹੜੀ ਕੌਣ ਪਬਲਿਸ਼ ਕਰਦਾ ਹੈ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਉਹ ਤੋਂ ਬਾਅਦ ਸਸਟੇਨੇਬਲ ਡਿਵੈਲਪਮੈਂਟ ਗੋਲ UNDP ਮੇਨ UN ਏਜੰਸੀ ਹੈ ਜਿਹੜੀ ਇਨਵੋਲਵ ਹੈ ਪੋਸਟ 2015 ਡਿਵੈਲਪਮੈਂਟ ਏਜੰਡਾ ਦੇ ਨਾਲ ਜਿਹਨੂੰ ਆਪਾਂ ਸਸਟੇਨੇਬਲ ਡਿਵੈਲਪਮੈਂਟ ਗੋਲ ਬੋਲਦੇ ਹਾਂ ਸਸਟੇਨੇਬਲ ਡਿਵੈਲਪਮੈਂਟ ਗੋਲਸ ਹੈ ਜਿਹੜੇ ਉਹਨਾਂ ਨੂੰ ਗਲੋਬਲ ਗੋਲਸ ਵੀ ਬੋਲਦੇ ਆ ਠੀਕ ਹੈ ਤੇ ਯੂਨੀਵਰਸਲ ਕਾਲ ਹੈ ਪਾਵਰਟੀ ਨੂੰ ਖਤਮ ਕਰਨ ਦੇ ਲਈ ਪਲੈਨਟ ਨੂੰ ਪ੍ਰੋਟੈਕਟ ਕਰਨ ਦੇ ਲਈ ਤੇ ਇਹ ਇਨਸ਼ੋਰ ਕਰਨ ਦੇ ਲਈ ਕਿ ਸਾਰੇ ਲੋਕ ਹੈ ਜਿਹੜੇ ਉਹ ਪੀਸ ਤੇ ਪ੍ਰੋਸਪੈਰਿਟੀ ਦੇ ਨਾਲ ਜੀਣ ਉਹ ਤੋਂ ਬਾਅਦ ਯੂਨਾਈਟਿਡ ਨੇਸ਼ਨ ਇਨਵਾਇਰਨਮੈਂਟ ਪ੍ਰੋਗਰਾਮ UNEP ਜਾਂ UN ਇਨਵਾਇਰਨਮੈਂਟ ਇਹ ਲੀਡਿੰਗ ਗਲੋਬਲ ਇਨਵਾਇਰਨਮੈਂਟ ਅਥਾਰਟੀ ਹੈ ਜਿਹੜੀ ਸੈੱਟ ਕਰਦੀ ਹੈ ਗਲੋਬਲ ਇਨਵਾਇਰਨਮੈਂਟ ਏਜੰਡਾ ਇਹਦਾ ਹੈਡਕੁਆਰਟਰ ਕਿੱਥੇ ਹੈ ਕੀਨੀਆ ਦੇ ਨੈਰੋਬੀ ਦੇ ਵਿੱਚ ਇਹ ਵਰਕ ਕਰਦੇ 7 ਬ੍ਰੌਡ ਥੀਮੈਟਿਕ ਏਰੀਆਜ਼ ਦੇ ਉੱਪਰ ਕਿਹੜੇ ਕਲਾਈਮੇਟ ਚੇਂਜ ਡਿਜ਼ਾਸਟਰ ਐਂਡ ਕਨਫਲਿਕਟ ecosystem management environmental governance chemical and waste resource efficiency environment under review okay और तो बाद next की याद रखना है रिपोर्ट ग्लोबल इन्वायरमेंट आउटलुक एमिशन गैप रिपोर्ट एक्शंस ऑन एयर क्वालिटी राइज ऑफ इन्वायरमेंटल क्राइम रिपोर्ट इंटरपोल नाल मिलके कढ़दी है सो ये रिपोर्ट्स याद रखियो कि केड़ी कढ़दी है तो एक होर चीज़ इंपॉर्टेंट है प्राइम मिनिस्टर नरेंद्र मोदी ਨੂੰ UNEP ने ਅਵਾਰਡ ਕੀਤਾ ਸੀਗਾ ਕਿਹਦੇ ਨਾਲ ਚੈਂਪੀਅਨਸ ਆਫ ਅਰਥ ਅਵਾਰਡ ਦੇ ਨਾਲ ਓਕੇ
उस तो बाद नैक्सट कुछ होर रिलेटिड ऑर्गेनाइजेशन पढ़ते हैं। सो रिलेटिड ऑर्गेनाइजेशन किहड़ियां हुंदियां ने जिन्हां दा कोऑपरेशन एग्रीमेंट है यूनाइटेड नेशन दे नाल, ठीक है। उस तो बाद हुण देखो किहड़ी-किहड़ियां, सब तो पहला इंटरनैशनल एटॉमिक एनर्जी एजेंसी, ये प्रमोट करदी है पीसफुल यूज़ न्यूक्लियर एनर्जी का ते इनहिबिट करदी है न्यूक्लियर एनर्जी का यूज़ किसी भी मिलिटरी परपज़ के लिए, ठीक है। ये न्यूक्लियर वैपनस भी इनकलूडिड है तो मटीरीयल भी इनकलूड है जिहदे नाल कि मिसयूज़ हो सकता है न्यूक्लियर एनर्जी का। इन्हूं एस्टैबलिश किया गया सी एज ऑटोमोनस ऑर्गेनाइजेशन, ये डायरैक्ट कंट्रोल के अंदर नहीं है यूनाइटेड नेशन दे, ठीक है। ऑटोमोनस ऑर्गेनाइजेशन है बट ये रिपोर्ट करती है यूनाइटेड नेशन जनरल असैंबली नूं भी ते सिक्योरिटी काउंसिल नूं भी। ओके, इनू वर्ल्ड दा एटम फॉर पीस ऑर्गेनाइजेशन बोलिया जाता है। हैडक्वार्टर वीना दे विच है। नॉर्थ कोरिया ने IAEA तो अपना जिहड़ा कैंडीडेटर है उन्होंने मतलब विड्रॉ कर लिया सीगा, ठीक है। IAEA safeguards are a set of technical measures applied by IAEA and countries accept these measures through the conclusion of safeguard agreement. It is essential component of treaty on the non-proliferation of nuclear weapon, which state that each non-nuclear weapon state is required to conclude safeguard agreement with IAEA, India and IAEA ਦੇ ਬਾਰੇ ਹੁਣ ਆਪਾਂ ਪੜ੍ਹਦੇ ਹਾਂ। देखो इंडिया जिहड़ा उन्हें रेटिफाइड किया एडिशनल प्रोटोकॉल IAEA दे नाल, इहदा मतलब की है कि जिहड़े सिविलियन रिएक्टर्स हैं वो IAEA सेफगार्ड दे अंडर है तो उन्हां दी इंस्पैक्शन हो सकती है। ओके, और तो बाद नैक्सट ऑर्गेनाइजेशन फॉर प्रोहिबिशन ऑफ कैमिकल वेपन, एक इंडिपेंडेंट ऑटोमोनस इंटरनैशनल ऑर्गेनाइजेशन है जिहड़ी वर्क करती है यूनाइटेड नेशन दे नाल। देखो कई बार पूछ लेंगे तो ऑर्गेनाइजेशन का नाम दे देंगे कि ये ऑटोमोनस ऑर्गेनाइजेशन है या यूनाइटेड नेशन के अंडर है, ठीक है। सो तुहानूं पता होना चाहिए। इंप्लीमेंटिंग बॉडी है कैमिकल वेपन कन्वेंशन दी, ठीक है। तो कदों फोर्स आई 1997 दे विच 193 मैंबर स्टेट इकट्ठे होकर काम कर रहे हैं अचीव करने के लिए वर्ल्ड फ्री कैमिकल वेपन्स। इंडिया ने साइन की ट्रीटी 1993 दे विच। हैडक्वार्टर की गल करिए तो नीदरलैंड के हॉग दे विच है, ठीक है। इनू नोबल पीस प्राइज़ भी दिता गया से 2013 दे विच। ओके, ये प्रोहिबिट कर दी है लार्ज स्केल यूज डिवेलपमेंट प्रोडक्शन एक्विजिशन स्टॉक पाइलिंग रिटेंशन कैमिकल वैपन का तो उन्होंने प्रोसीक्यूटर, ठीक है। सैकेंड की है ट्रांसफर ऑफ कैमिकल वैपन एंड देयर प्रोसीक्यूटर्स। थर्ड की असिस्टिंग अदर स्टेट टू इंडल्ज इन एक्टिविटीज दैट आर प्रोहिबिटेड बाय CWC यूजिंग ड्रॉइड कंट्रोल डिवाइसेस एज वॉरफेयर मैथड। ओके, और तो बाद नैक्सट वर्ल्ड ट्रेड ऑर्गेनाइजेशन, ये काफ़ी इंपॉर्टेंट है। ये ऑपरेट करती है ग्लोबल सिस्टम ट्रेड रूल का ते एक्ट करती है एज अ फोरम फॉर नेगोशिएटिंग ट्रेड एग्रीमेंट। इट सैटल ट्रेड डिस्प्यूट बिटवीन इट्स मैंबर कंट्रीज एंड सपोर्ट नीड फॉर डेवलपिंग कंट्रीज। WTO ऑफिशियली कमेंस्ड अंडर द मरकेश एग्रीमेंट रिप्लेसिंग जनरल एग्रीमेंट ऑन टैरिफ्स एंड ट्रेड। सो जी वर्ल्ड ट्रेड ऑर्गेनाइजेशन है उन्हें किनू रिप्लेस किया गैट नू, वेरी इंपॉर्टेंट याद रखियो। तो जिन्हें भी ट्रेडिंग के नाल रूल्स रेगूलेशनस हैं वो सब वर्ल्ड ट्रेड ऑर्गेनाइजेशन देखती है। इन्हू उरुगे राउंड ऑफ नैगोशिएशन के द्वारा बनाया गया 1995 दे विच। हैडक्वार्टर है जनेवा दे विच। ट्रेड एग्रीमेंट है जो साइन किए होंगे रिप्रजेंटेटिव्स के द्वारा, मैंबर गवर्नमेंट के रेटिफाई किया जाता है पार्लीमेंट के द्वारा। WTO के 164 मैंबर है तो 22 ऑबजर्वर गवर्नमेंट है। अफगानिस्तान तो लीबीरिया जोड़े हैं उन्होंने लेटेस्ट इनू ज्वाइन किया है। हुण जिहड़े WTO के मैंबर है वो फुल इंडिपेंडेंट स्टेट्स ना भी होंदा चलूगा। उस तो बाद इंटरनैशनल ऑर्गेनाइजेशन फॉर माइग्रेशन 1951 दे विच इहनूं एस्टैबलिश किया गया। ऑबजर्वर रही है यूनाइटेड नेशन की 1992 तक। दैन यूनाइटेड नेशन सिस्टम ने ज्वाइन किया 2016 दे विच। उस तो बाद हैडक्वार्टर की गल करिए स्विट्जरलैंड के जनेवा दे विच है। ये वर्क करती है इन द फील्ड ऑफ माइग्रेशन, ठीक है। कि मिल के गवर्नमेंट इंटर गवर्नमेंट तो नॉन गवर्नमेंट पार्टनर्स के नाल जी ऑर्गेनाइजेशन है 166 मैंबर कंट्रीज हैं तो 8 ऑबजर्वर स्टेट्स हैं। IOM वर्क्स इन 4 ब्रॉड एरियाज ऑफ माइग्रेशन मैनेजमेंट, कि वर्क करती है माइग्रेशन एंड डेवलपमेंट, फैसिलिटेशन माइग्रेशन, रेगुलेटिंग माइग्रेशन एंड फोर्स्ड माइग्रेशन। इसका एम क्या प्रोवाइड करना ह्यूमैनिटेरियन असिस्टेंस माइग्रेंट्स नूं जिहड़े कि जरूरत च ने इंक्लूडिंग रिफ्यूजीज एंड इंटरनली डिसप्लेस पीपल। ये पब्लिश करते वर्ल्ड माइग्रेशन रिपोर्ट। ओके, तो जी काउंसिल है 2018 दे विच वो कित्थे हुई सी जनेवा दे विच। ओके, सो ये चीज़ां याद रखियो, इंपॉर्टेंट है, बहुत इंपॉर्टेंट है ये वाली ऑर्गेनाइजेशन। और तो बाद यूनीसेफ दी फुल फॉर्म क्या यूनाइटेड नेशन चिल्ड्रंस फंड वर्किंग टू रीच द मोस्ट डिसएडवांटेज चिल्ड्रन एंड एडोलसेंट्स एंड टू प्रोटेक्ट द राइट्स ऑफ एवरी चाइल्ड एवरीवेयर। सो यूनीसेफ का मतलब क्या यूनाइटेड नेशन चिल्ड्रन फंड,
ठीक है। ਇਹਦਾ ਮੇਨ ਕੰਮ ਕੀ ਹੈ, ਮੋਸਟ ਡਿਸਐਡਵਾਂਟੇਜ ਜਿਹੜੇ ਬੱਚੇ ਹੈ ਤੇ ਐਡੋਲਸੈਂਸ ਹੈ ਉਹਨਾਂ ਤੱਕ ਪਹੁੰਚਣਾ ਤੇ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨਾ ਸਾਰੇ ਕਿਤੇ ਜਿੰਨੇ ਵੀ ਬੱਚੇ ਆ ਉਹਨਾਂ ਦੇ। ਉਹ ਤੋਂ ਬਾਅਦ ਹੈੱਡਕੁਆਟਰ ਕਿੱਥੇ ਹੈ, ਨਿਊਯਾਰਕ ਦੇ ਵਿੱਚ। Its work is funded through voluntary support of millions of people around the world and are partner in government, civil society and private sector। So ਜਿਹੜਾ ਦਾ work ਉਹਨੂੰ fund ਕੀਤਾ ਜਾਂਦਾ ਹੈ ਕਾਫੀ ਸਾਰੇ volunteer support ਦੇ ਨਾਲ, ਮਤਲਬ ਅਲੱਗ-ਅਲੱਗ ਜਗ੍ਹਾ ਤੋਂ ਲੋਕ ਆਪਣੀ contribution ਦਿੰਦੇ ਆ। ठीक है। स्पैशल प्रोग्राम है यूनाइटेड नेशन का, ਇਹ ਡਿਵੋਟਿਡ ਹੈ ਏਡ ਕਰਨ ਦੇ ਲਈ ਨੈਸ਼ਨਲ ਐਫਰਟ ਟੂ ਇੰਪਰੂਵ ਹੈਲਥ, ਨਿਊਟ੍ਰੀਸ਼ਨ, ਐਜੂਕੇਸ਼ਨ, ਜਨਰਲ ਵੈਲਫੇਅਰ ਆਫ ਚਿਲਡਰਨ। ਸੋ ਦੇਖੋ ਇਹਦੇ ਨਾਲ ਹੀ ਜਿਹੜਾ ਆਪਣਾ ਯੂਨਾਈਟਿਡ ਨੇਸ਼ਨ ਵਾਲਾ ਪਾਰਟ ਆ ਉਹ ਖਤਮ ਹੁੰਦਾ ਹੈ। ਜਿੰਨਾ ਹੋ ਸਕਦਾ ਸੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਸਾਰਾ ਕਵਰ ਕਰਵਾਤਾ ਯੂਨਾਈਟਿਡ ਨੇਸ਼ਨ ਦਾ। ਮੈਨੂੰ ਨਹੀਂ ਲੱਗਦਾ ਇਹ ਤੋਂ ਬਾਹਰ ਕੁਝ ਵੀ ਆ ਸਕਦਾ ਯੂਨਾਈਟਿਡ ਨੇਸ਼ਨ ਦੇ ਬਾਰੇ। ਸੋ ਯੂਨਾਈਟਿਡ ਨੇਸ਼ਨ ਦਾ ਜਿਵੇਂ ਜਿਵੇਂ ਆਪਾਂ ਨੇ ਦੇਖਿਆ ਕਿ ਕਿਹੜੀ ਸਪੈਸ਼ਲਾਈਜ਼ਡ ਏਜੰਸੀਜ਼ ਹੈ, ਕਿਹੜੇ ਫੰਡਸ ਹੈ, ਸੋ ਇਹ ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਬਿਕੋਜ਼ ਪੇਪਰ 'ਚ ਡਾਇਰੈਕਟਲੀ ਐਵੇਂ ਪੁੱਛ ਲੈਂਦੇ ਨੇ। ਬਾਕੀ ਜੋ ਵੀ ਆਪਾਂ ਨੇ ਡਿਸਕਸ ਕੀਤਾ, ਜਿੰਨੀ ਵੀ ਆਰਗੇਨਾਈਜੇਸ਼ਨ ਪੜ੍ਹੀ, ਉਹਨਾਂ ਦਾ ਤੁਸੀਂ ਮੇਨ ਯਾਦ ਰੱਖਣਾ ਕਿ ਉਹਨਾਂ ਦਾ ਕੰਮ ਕੀ ਹੈ, ਕੋਈ ਵੀ ਉਹਨਾਂ 'ਚ ਮੇਨ ਪੁਆਇੰਟ ਹੈ ਉਹ ਯਾਦ ਰੱਖਣਾ, ਠੀਕ ਹੈ। ਅਤੇ ਸਪੈਸ਼ਲੀ ਉਹਨਾਂ ਦੇ ਹੈੱਡਕੁਆਟਰਸ ਯਾਦ ਕਰਨੇ ਆ। ਓਕੇ, ਸੋ ਬਾਕੀ ਦੀ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਉਹਦੇ ਬਾਰੇ ਆਪਾਂ ਨੈਕਸਟ ਲੈਕਚਰ 'ਚ ਡਿਸਕਸ ਕਰਾਂਗੇ। ਸੋ ਇਸ ਲੈਕਚਰ ਦੇ ਵਿੱਚ ਆਪਣਾ ਜਿਹੜਾ ਯੂਨਾਈਟਿਡ ਨੇਸ਼ਨ ਦਾ ਪਾਰਟ ਆ ਉਹ ਫਿਨਿਸ਼ ਹੁੰਦਾ ਹੈ। ਓਕੇ, ਸੋ ਮਿਲਦਾ ਨੈਕਸਟ ਲੈਕਚਰ ਦੇ ਵਿੱਚ। ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ।